ਚਾਰ ਦੋਸਤਾਂ ਦੀ ਗੱਲ ਤੁਹਾਨੂੰ ਸੁਣਾਵਾਂਗਾ। ਬਹੁਤ ਦਿਲਚਸਪ ਤੋਂ ਸਨਸਨੀਖੇਜ਼ ਹੋਵੇਗੀ। ਤੁਸੀਂ ਹਰ ਗੱਲ ਮੇਰੀ ਜਿਹੜੀ ਸੀ ਤੁਹਾਨੂੰ ਇਹ ਲੱਗੇਗਾ ਸ਼ਾਇਦ ਇਹ ਵਾਕਿਆ ਹੋਇਆ ਹੋਣਾ, ਲੇਕਿਨ ਤੁਸੀਂ ਆਖਰ ਤੱਕ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿਤਨੀ ਖੂਬਸੂਰਤ ਗੱਲ ਹੈ ਤੇ ਕਿਤਨੀ ਨਸੀਹਤ ਵਾਲੀ ਗੱਲ ਹੈ। ਬਹੁਤ ਦਿਲਚਸਪ ਗੱਲ ਹੈ, ਤੁਸੀਂ ਜ਼ਰਾ ਇਹਦੇ ਵੱਲ ਗੌਰ ਕਰਿਓ। ਚਾਰ ਦੋਸਤਾਂ ਦੀ ਗੱਲ ਹੈ, ਬਹੁਤ ਉਹਨਾਂ ਦਾ ਆਪੇ 'ਚ ਪਿਆਰ ਆਇਆ। ਉਹਨਾਂ ਜਿੱਧਰ ਜਾਣਾ ਹੈ ਇਕੱਠਿਆਂ ਜਾਣਾ ਹੈ, ਹਰ ਜਗ੍ਹਾ 'ਤੇ ਉਹਨਾਂ ਨੇ ਬਸ ਇਕੱਠੇ ਹੀ ਜਾਣਾ, ਇੱਕੋ ਜਿਹੇ ਕੱਪੜੇ ਪਾਉਣੇ ਨੇ, ਕਾਲਜ ਜਾਂਦੇ ਸੀ ਇਕੱਠੇ ਜਾਂਦੇ ਸੀ। ਤੇ ਉਹਨਾਂ ਦੀ ਇਤਨੀ ਕੁ ਆਪੇ 'ਚ ਪਿਆਰ ਆਇਆ। ਉਹਨਾਂ ਦਾ ਰੋਜ਼ਾਨਾ ਦੀ ਰੂਟੀਨ ਹੈ ਜਿਸ ਵੇਲੇ ਸ਼ਾਮੀ ਕਾਲਜੋਂ ਆਉਂਦੇ ਸੀ, ਘਰੋਂ ਹੋ ਕੇ ਆ ਕੇ ਸ਼ਾਮੀ ਚੁਰਾਹੇ 'ਚ ਬਹਿ ਰਹਿੰਦੇ। ਚੁਰਾਹਾ ਯਾਨੀ ਕਿ ਚੌਕ ਜਿਹੜਾ ਹੁੰਦਾ, ਚਵਾਂ ਪਾਸੋਂ ਗਲੀ ਲੱਗਦੀ ਸੀ, ਉਹਦੇ 'ਤੇ ਇੱਕ ਲੱਕੜ ਦਾ ਫੱਟਾ ਆ, ਉਹਦੇ 'ਤੇ ਚਵੇ ਦੋਸਤ ਬਹਿ ਰਹਿੰਦੇ ਸੀ। ਬਹਿ ਕੇ ਤੇ ਤਰੇ ਜਿਹੜੇ ਨੇ ਜ਼ਰਾ ਜ਼ਿਆਦਾ ਮਨ ਚਲੇ ਜੇ ਸੀ, ਉਹ ਜ਼ਰਾ ਜ਼ਿਆਦਾ ਕੋਈ ਥੋੜ੍ਹੇ ਹੁਸ਼ਿਆਰੀਆਂ ਕਰਦੇ ਸੀ। ਉਹਨਾਂ ਕੋਈ ਕੁੜੀ ਲੰਘਣੀ ਤਾਂ ਉਹਨੂੰ ਸੀਟੀਆਂ ਮਾਰ ਦੇਣੀਆਂ। ਜਿਹੜਾ ਚੌਥਾ ਦੋਸਤ ਆਇਆ ਨਾ, ਉਹ ਬਹੁਤ ਸ਼ਰੀਫ ਆਇਆ। ਉਹ ਇੰਝ ਕਰਦਾ ਸੀ, ਚੁੱਪ ਕਰਕੇ ਬਹਿ ਰਹਿੰਦਾ, ਸਿਰ ਸੱਟ ਕੇ, ਕਿਸੇ ਦੀ ਧੀ ਭੈਣ ਨੂੰ ਨਹੀਂ ਛੇੜਦਾ ਆ ਉਹ। ਤੇ ਉਹ ਇਸੇ ਤਰ੍ਹਾਂ ਇੱਕ ਦਿਨ ਇੰਝ ਹੋਇਆ ਕਿ ਜਿਹੜੇ ਚਾਰ ਦੋਸਤ ਨੇ ਉਹਨਾਂ 'ਚੋਂ ਇੱਕ ਨੇ ਜਿਹੜਾ ਨਾ ਸੀਟੀ ਮਾਰੀ। ਉਹ ਲੜਕੀ ਲੰਘੀ, ਉਹਨੇ ਕੋਈ ਗੱਲਾਂ ਛਲਾਂ ਕੀਤੀਆਂ ਕਰਕੇ ਤੇ ਉਹ ਟੁਰ ਗਈ। ਥੋੜ੍ਹੀ ਦੇਰ ਬਾਅਦ ਉਹ ਲੜਕੀ ਦਾ ਭਰਾ ਆਇਆ। ਉਹ ਭਰਾ ਆ ਕੇ ਜਿਹੜਾ ਜਿਸ ਮੁੰਡੇ ਨੇ ਸੀਟੀ ਮਾਰੀ ਸੀ ਨਾ, ਉਹਨੇ ਜਿਹੜਾ ਉਹਨੂੰ ਆ ਚੰਡ ਮਾਰੀ। ਜਿਸ ਤਰ੍ਹਾਂ ਨੇ ਚੰਡ ਮਾਰੀ ਤੇ ਜਿਹੜਾ ਦੋਸਤ ਸ਼ਰੀਫ ਆਇਆ ਸਿਰ ਸੱਟ ਕੇ ਬੈਠਿਆ, ਉਹਨੇ ਉੱਠ ਕੇ ਨਾ ਤੇ ਉਹਨੇ ਮਾਰਨਾ ਸ਼ੁਰੂ ਕਰਤਾ। ਉਹਨੇ ਸਾਰਿਆਂ ਤੋਂ ਜ਼ਿਆਦਾ ਜਿਹੜਾ ਨਾ ਉਹਨੇ ਮਾਰਿਆ ਉਸ ਮੁੰਡੇ ਨੂੰ। ਤੇ ਉਹ ਕਾਫੀ ਗੱਲ ਵੱਧ ਗਈ, ਘਰਾਂ 'ਚ ਗੱਲ ਟੁਰ ਗਈ। ਲੇਕਿਨ ਇੰਝ ਹੋਇਆ ਕਿ ਜਿਹੜਾ ਆਖਰ 'ਤੇ ਸੁਲ੍ਹਾ ਹੋ ਗਈ, ਉਹ ਗੱਲ ਖਤਮ ਹੋ ਗਈ। ਗੱਲ ਖਤਮ ਹੋਈ, ਕੋਈ ਦਿਹਾੜੇ ਗੁਜ਼ਰੇ, ਜਿਹੜਾ ਮੁੰਡਾ ਸਾਰਿਆਂ ਤੋਂ ਸ਼ਰੀਫ ਆਇਆ ਨਾ ਚਵਾਂ ਦੋਸਤਾਂ 'ਚੋਂ, ਉਹ ਗਾਇਬ ਹੋ ਗਿਆ ਅਚਾਨਕ। ਤੇ ਉਹ ਅਚਾਨਕ ਗਾਇਬ ਹੋਇਆ ਤੇ ਕਿਸੇ ਨੂੰ ਕੋਈ ਪਤਾ ਨਾ। ਮੁੰਡੇ ਜਿਹੜੇ ਨੇ ਉਹਨਾਂ ਦੇ ਘਰੋਂ ਪੁੱਛਣਗੇ ਹਾਲਾ ਕਿੱਧਰ ਗਿਆ, ਹਾਲਾ ਕੋ ਆਖੇ ਵੀ ਨਹੀਂ ਉਹ ਤੁਹਾਡੇ ਨਾਲ ਹੈ। ਉਹ ਆਖੇ ਨਹੀਂ ਸਾਡੇ ਨਾਲ ਤੇ ਨਹੀਂ ਹੈ। ਉਹ ਬੜੇ ਹੈਰਾਨ ਹੋਏ। ਉਹਨਾਂ ਆਖਿਆ ਵੀ ਇਹ ਮੁੰਡੇ ਸ਼ਾਇਦ ਝੂਠ ਮਾਰ ਰਹੇ ਨੇ, ਉਹ ਕਿਧਰੇ ਗਏ ਆ ਤੇ ਇਹ ਦੱਸਦੇ ਨਹੀਂ ਪਏ ਮੈਨੂੰ। ਉਹਨਾਂ ਜਿਸੇ ਰਾਤ ਗੁਜ਼ਰ ਗਈ, ਦੂਜੇ ਦਿਨ ਸੁਬਹ ਹੋਏ, ਹਾਲਾ ਫਿਰ ਮੁੰਡਿਆਂ ਦੇ ਘਰ। ਉਹਨਾਂ ਆਖਿਆ ਇਹਨਾਂ ਕੋਲ ਪੁੱਛ ਕੇ ਦੱਸੋ ਮੇਰਾ ਮੁੰਡਾ ਕਿੱਧਰ ਗਿਆ। ਉਹਨਾਂ ਵਾਰੀ ਵਾਰੀ ਪੁੱਛਿਆ। ਉਹਨਾਂ ਆਖਿਆ ਉਹਨਾਂ ਕਸਮਾਂ ਚੁੱਕੀਆਂ। ਉਹਨਾਂ ਆਖਿਆ ਸਾਨੂੰ ਨਹੀਂ ਪਤਾ ਕਿੱਧਰ ਗਿਆ, ਸਾਨੂੰ ਪਤਾ ਹੋਵੇ ਤੇ ਅਸੀਂ ਕਿਉਂ ਝੂਠ ਮਾਰਨਾ ਤੁਹਾਡੇ ਨਾਲ। ਉਹ ਜਨਾਬ ਗੱਲ ਘਰ ਦੇ ਉਹਨਾਂ ਆਖਣੀ ਨਹੀਂ ਝੂਠ ਮਾਰਦੇ। ਗੱਲ ਜੇ 3-4 ਦਿਨ ਗੁਜ਼ਰ ਗਏ ਨਾ ਤਾਂ ਮੁੰਡੇ ਦੀ ਅੰਮਾ ਪਰੇਸ਼ਾਨ ਹੋ ਗਈ। ਉਹਨੇ ਆਖਿਆ ਮੁੰਡਾ ਮੇਰਾ ਗਿਆ ਕਿੱਧਰ ਹੈ। ਉਹਨਾਂ ਆਖਿਆ ਇਹਨਾਂ ਕਿਰੇ ਮਾਰ ਮੂਰ ਕੇ ਲੜਾਈ ਹੋਈ ਹੋਣੀ ਹੈ, ਮਾਰ ਮੂਰ ਕੇ ਕਿਰੇ ਸੱਟ ਦਿੱਤਾ ਇਹਨਾਂ ਨੇ। ਤੇ ਉਹ ਜਨਾਬ ਇਸੇ ਸ਼ੱਕੋ ਸ਼ੁਬੇ 'ਚ ਰਹੇ। ਤੇ ਜਿਸ ਵੇਲੇ ਨਾ ਉਹਨਾਂ ਨੂੰ ਪਤਾ ਲੱਗਾ, ਉਹਨਾਂ ਇੰਝ ਕੀਤਾ, ਜਿਹੜੀ ਮੁੰਡੇ ਦੀ ਅੰਮਾ ਹੈ ਉਹਨੇ ਜਾ ਥਾਣੇ ਰਿਪੋਰਟ ਕਰਾਈ। ਜਦ ਥਾਣੇ ਰਿਪੋਰਟ ਕਰਾਈ, ਉਹਨਾਂ ਦੱਸਿਆ ਵੀ ਇਸ ਤਰ੍ਹਾਂ ਇਹਦੇ ਦੋਸਤ ਨੇ ਹਰ ਵਕਤ ਇਹਨਾਂ ਨਾਲ ਰਹਿੰਦਾ ਆ, ਹੁਣ ਉਹ ਆਉਂਦੇ ਨੇ ਸਾਨੂੰ ਨਹੀਂ ਪਤਾ। ਪੁਲਿਸ ਵਾਲਿਆਂ ਜਾ ਉਹਨਾਂ ਦੇ ਮੁੰਡਿਆਂ ਨੂੰ ਘਰੋਂ ਪੁੱਛਿਆ, ਹਾਂ ਵੀ ਦੱਸੋ ਵੀ ਤਰਵਾਂ ਨੂੰ। ਉਹਨਾਂ ਆਖਿਆ ਨਹੀਂ ਸਾਨੂੰ ਪਤਾ। ਉਹਨਾਂ ਆਖਿਆ ਕੋਈ ਤੁਹਾਡਾ ਇੰਝ ਵਾਕਿਆ ਹੋਇਆ ਹੋਵੇ। ਉਹਨਾਂ ਆਖਿਆ ਜੀ ਵਾਕਿਆ ਇੰਝ ਹੋਇਆ ਸੀ ਕਿ ਇੱਕ ਵਾਰੀ ਇਸ ਤਰ੍ਹਾਂ ਇਹਨੇ ਸੀਟੀ ਮਾਰੀ ਸੀ ਤੇ ਜਿਹੜਾ ਉਹਨਾਂ ਦੀ ਕੁੜੀ ਨੂੰ, ਤੇ ਅੱਗੋਂ ਮੁੰਡਾ ਆਇਆ ਸੀ ਤੇ ਸਾਰਿਆਂ ਤੋਂ ਜ਼ਿਆਦਾ ਉਹਨੇ ਮਾਰਿਆ ਸੀ, ਉਹਦਾ ਖੂਨ ਵੀ ਕੱਢਿਆ ਸੀ। ਲੇਕਿਨ ਬਾਅਦ 'ਚ ਕਾਫੀ ਗੱਲ ਵਧੀ ਸੀ, ਲੇਕਿਨ ਸੁਲ੍ਹਾ ਹੋ ਗਈ ਸੀ। ਉਹਨਾਂ ਜਨਾਬ ਉਸ ਮੁੰਡੇ ਨੂੰ ਬੁਲਾ ਲਿਆ, ਇਹਨਾਂ ਤਰ੍ਹਾਂ ਨੂੰ ਭਾਲਿਆ, ਗੱਡੀ 'ਚ ਥਾਣੇ ਲੈ ਗਏ। ਜਿਸ ਤਰ੍ਹਾਂ ਥਾਣੇ ਗਏ ਨੇ, ਥਾਣੇ ਜਾ ਕੇ ਜਨਾਬ ਉਹਨਾਂ ਨੂੰ ਚੰਗਾ ਪੁਲਿਸ ਨੇ ਮਾਰਿਆ, ਇਹਨਾਂ ਨੂੰ ਪੁੱਠਿਆਂ ਲਟਕਾ ਕੇ ਲਿੱਤਰ ਚੰਗੇ ਮਾਰੇ। ਉਹ ਜਨਾਬ ਕੋਈ ਨਾ ਪੁੱਛਣ ਚਵਾਂ ਨੂੰ, ਉਹ ਆਖਣ ਜੀ ਸਾਨੂੰ ਨਹੀਂ ਪਤਾ। ਹਰ ਗੱਲ ਨਾਲ ਹੀ ਉਹ ਆਖਣ ਸਾਨੂੰ ਨਹੀਂ ਪਤਾ। ਉਹ ਪੁਲਿਸ ਵਾਲਾ ਆਖਦਾ ਉਹ ਮੁੰਡੇ ਦੀ ਅੰਮਾ ਨੂੰ, ਕਹਿੰਦਾ ਨਹੀਂ ਇਹ ਚਵੇ ਨਹੀਂ ਮੰਨਦੇ ਪਏ। ਉਹਨਾਂ ਆਖਿਆ ਨਾ ਨਾ ਇਹ ਨਹੀਂ ਮਾਰਿਆ, ਇਹ ਮੁੰਡਾ ਮੇਰਾ ਹੋਰ ਕਿਧਰੇ ਜਾਂਦਾ ਹੀ ਨਹੀਂ ਸੀ। ਉਹਨਾਂ ਆਖਿਆ ਠੀਕ ਹੈ। ਇਸੇ ਤਰ੍ਹਾਂ ਕਰਦਿਆਂ ਕਰਦਿਆਂ 3 ਮਹੀਨੇ ਗੁਜ਼ਰ ਗਏ। 3 ਮਹੀਨੇ ਉਹ ਵਿਚਾਰੇ ਥਾਣੇ 'ਚ ਹੀ ਡੱਕੇ ਰਹੇ। ਜਿਸੇ 3 ਮਹੀਨੇ ਬਾਅਦ ਮੁੰਡੇ ਦੀ ਅੰਮਾ ਜਿਹੜੀ ਹੈ ਫਟਵਾਲ ਦੌੜਦੀ ਜਾਂਦੀ ਹੈ, ਜਿਹੜੇ 3 ਦੋਸਤ ਨੇ ਉਹਨਾਂ ਦੇ ਘਰ, ਵਾਰੀ ਉਹਨਾਂ ਦੇ ਘਰ ਜਾ ਕੇ ਦੱਸਦੀ ਹੈ। ਜਿਸੇ ਦੱਸਦੀ ਹੈ ਤੇ ਫਿਰ ਉਹ ਸਾਰੇ ਰਲ ਕੇ ਥਾਣੇ ਜਾਂਦੇ ਨੇ। ਥਾਣੇ ਜਾ ਕੇ ਉਹ ਪਰਚਾ ਜਿਹੜਾ ਨਾ ਮੁੰਡੇ ਦੀ ਅੰਮਾ ਵਾਪਸ ਲੈਣ ਲੱਗੀ। ਉਹਨਾਂ ਪਰਚਾ ਵਾਪਸ ਲਿਆ। ਉਹਨੇ ਆਖਿਆ ਜੀ ਮੁੰਡਾ ਸਾਡਾ ਜਿਹੜਾ ਉਹ ਇਟਲੀ ਪਹੁੰਚ ਗਿਆ। ਉਹਨਾਂ ਆਖਿਆ ਕੀ ਇਟਲੀ ਕਿਸ ਤਰ੍ਹਾਂ ਪਹੁੰਚ ਗਿਆ ਤੁਹਾਡਾ ਮੁੰਡਾ, ਤੁਹਾਨੂੰ ਨਹੀਂ ਪਤਾ ਪੈਸੇ ਉਹਦੇ ਕਿੰਨੇ ਦਿੱਤੇ ਨੇ। ਤੁਸਾਂ 4 ਇੱਥੇ ਬੱਚੇ ਡੱਕੇ ਨੇ, ਅਸਾਂ ਉਹਨਾਂ ਨੂੰ ਮਾਰਿਆ, ਬਹੁਤ ਤਸ਼ੱਦਦ ਕੀਤਾ ਇਹਨਾਂ 'ਤੇ, ਅਸਾਂ ਇਹਨਾਂ ਕੋਲ ਕਤਲ ਮਨਵਾਉਂਦੇ ਰਹੇ ਹਾਂ, ਅਤੇ ਤੁਸੀਂ ਆਖਦੇ ਹੋ ਕਿ ਨਹੀਂ ਸਾਨੂੰ ਪਤਾ ਨਹੀਂ ਲੱਗਾ ਅਤੇ ਮੁੰਡਾ ਇਟਲੀ ਪਹੁੰਚ ਗਿਆ। ਉਹਨਾਂ ਆਖਿਆ ਵਾਕਈ ਇੰਝ ਗੱਲ ਹੈ, ਮੁੰਡਾ ਮੇਰਾ ਕਹਿੰਦਾ ਮੈਂ ਕਾਲਜੋਂ ਆਇਆ ਅਤੇ ਅੱਗੋਂ ਸਾਈਕਲਾਂ ਵਾਲੀ ਦੁਕਾਨ ਹੈ ਉੱਥੇ ਬਾਜ਼ਾਰ ਵਿੱਚ, ਉੱਥੇ ਮੁੰਡੇ ਸਾਰੇ ਕਾਫੀ ਸਾਰੇ ਇਕੱਠੇ ਹੋਏ ਸੀ। ਮੁੰਡੇ ਜਿਹੜੇ ਉਹਨਾਂ ਨੂੰ ਮੈਂ ਪੁੱਛਿਆ ਕੀ ਗੱਲ ਹੈ ਨਾ, ਕਹਿੰਦੇ ਜੀ ਅਸੀਂ ਡੰਕੀ ਲਾਣ ਲਿਆ ਯੂਨਾਨ ਦੀ, ਅਤੇ ਚਲਾ ਜਾ ਤੂੰ ਵੀ ਜਾਣਾ। ਅਤੇ ਮੈਂ ਕਿਹਾ ਨਹੀਂ ਮੇਰੇ ਕੋਲ ਪਹਿਲੀ ਤਾਂ ਗੱਲ ਹੈ ਪੈਸੇ ਕੋਈ ਨਹੀਂ, ਨਾਲੇ ਮੈਂ ਘਰ ਨਹੀਂ ਦੱਸਿਆ। ਉਹਨਾਂ ਆਖਿਆ ਕੋਈ ਨਹੀਂ ਘਰ ਆਪੇ ਉੱਥੋਂ ਜਾ ਕੇ ਦੱਸ ਲਾਂਗੇ ਅਤੇ ਪੈਸੇ ਤੂੰ ਕਮਾ ਕੇ ਦੇ ਦੀ। ਮੈਂ ਸਾਰੇ ਗੱਡੀ ਬੈਠੇ ਤੇ ਕਹਿੰਦਾ ਨਾਲ ਮੈਂ ਵੀ ਬਹਿ ਕੇ ਟੁਰ ਗਿਆ। ਕਹਿੰਦੇ ਅੱਗੋਂ ਅਸੀਂ ਤੂੰ ਕੋਇਟਾ ਗਿਆ, ਕੋਇਟਾ ਤੋਂ ਇਰਾਨ ਤੋਂ ਤੁਰਕੀ ਤੋਂ ਯੂਨਾਨ ਪਹੁੰਚਦੇ ਗਏ ਆ, ਇਹ ਕਾਲ ਕਰਨੀ ਸੀ ਨਾਲ ਹੀ ਅਗਲੀ ਗੇਮ ਤਿਆਰ ਰਹੀ। ਸਾਨੂੰ ਸਿਰ ਵੀ ਹੱਲ ਕੱਢ ਦਿੱਤਾ ਨੇ, ਉੱਥੇ ਜਾ ਕੇ ਸਾਡਾ ਫੋਨ ਦਾ ਰਾਬਤਾ ਕੋਈ ਨਹੀਂ ਹੋਇਆ। ਫਿਰ ਅੱਗੋਂ ਪੈਦਲ ਜਿਹੜਾ ਉੱਥੋਂ ਇਟਲੀ ਦੀ ਡੰਕੀ ਲਾਈ, ਇਟਲੀ ਪਹੁੰਚਿਆ ਅਤੇ ਫਿਰ 3 ਮਹੀਨੇ ਬਾਅਦ ਇਹਨੇ ਫੋਨ ਕੀਤਾ। ਉਹਨਾਂ ਆਖਿਆ ਚੰਗਾ ਬੇਵਕੂਫ ਹੈ,
4 ਬੱਚਿਆਂ ਦਾ ਮੁਸਤਕਬਲ ਖਰਾਬ ਕਰ ਦਿੱਤਾ। ਇਹਨਾਂ ਨੂੰ ਅਸਾਂ ਮਾਰ ਕੇ ਅਸੀਂ ਕਿੰਨਾ ਇਹਨਾਂ ਤੇ ਤਸ਼ੱਦਦ ਕੀਤੇ ਹੈ। ਉਹਨਾਂ ਆਖਿਆ ਬਹਰਹਾਲ ਮੁੰਡੇ ਸਾਡੀ ਦੀ ਬੇਵਕੂਫੀ ਹੈ, ਸਾਨੂੰ ਇਸ ਗੱਲ ਦਾ ਨਹੀਂ ਪਤਾ ਆ ਕਿ ਮੁੰਡਾ ਇੰਨੀ ਵੱਡੀ ਬਿਆਸੀ ਤੇ ਆਪੂ ਸਮਝਿਆ ਕਿ ਮੁੰਡਾ ਮਰ ਮੁਰ ਗਿਆ, ਮੁੱਕ ਗਿਆ, ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ। ਉਹਨਾਂ ਆਖਿਆ ਬਹਰਹਾਲ ਇਹ ਬੇਵਕੂਫੀ ਉਹਨੇ ਕੀਤੀ ਹੈ, ਇਹਦਾ ਐਕਸ਼ਨ ਹੋਣਾ ਚਾਹੀਦਾ ਹੈ। ਇਸ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ ਅਗਲੇ ਹੀ ਕਸੂਰਵਾਰ ਹੋਣ, ਤੁਹਾਡਾ ਆਪਣਾ ਬੱਚਾ ਵੀ ਕਸੂਰਵਾਰ ਹੋ ਸਕਦਾ ਹੈ। ਇਸ ਵਾਸਤੇ ਗੱਲ ਵੱਲ ਬਹੁਤ ਧਿਆਨ ਕਰਨਾ ਚਾਹੀਦਾ ਹੈ। ਅਗਰ ਮੇਰੀ ਵੀਡੀਓ ਪਸੰਦ ਆਈ ਹੋਵੇ ਤੈਨੂੰ ਲਾਈਕ ਕਰਿਓ। ਥੈਂਕ ਯੂ, ਸ਼ੁਕਰੀਆ, ਅੱਲਾ ਹਾਫਿਜ਼।